ਜੇ ਲਾਠੀਆਂ ਨਾਲ ਭੇਜਣਾ ਸੀ ਤਾਂ ਆਰਐਸਐਸ ਦੇ ਜਿਹੜੇ ਸਮਾਜ ਸੇਵਕ ਸੰਘ ਦੇ ਬੰਦੇ ਨੇ ਉਹਨਾਂ ਨੂੰ ਲਾਠੀਆਂ ਨਾਲ ਭੇਜੋ। ਜਿਹੜੇ ਫੌਜੀ ਨੇ ਉਹ ਹਥਿਆਰ ਨਾਲ ਲੜਨ ਲਈ ਇਹਨਾਂ ਨੂੰ ਹਥਿਆਰ ਉੱਥੇ ਪ੍ਰੋਵਾਈਡ ਕਰਵਾਉਣੇ ਚਾਹੀਦੇ। जिस टाइम साढ़े देश से संकट आया उन्होंने अपने आप को कुर्बान किया जी। लेकिन मोदी साहब ने जी गल की सानू उत्थे समझना चाहिए। उन्होंने कहा जी मारते मारते मरे हैं जी। उन्होंने अपने बॉर्डर की रक्षा की और थोड़े होंदे हुए भी उन्होंने ज़्यादा नुकसान किया है। पटेल साहब की मूर्ति बनी 3000 करोड़ रुपए की, वो भी चाइना तो आई। ਤੁਹਾਨੂੰ ਹੋਰ ਅਹਿਮ ਦੱਸਦਾ ਵਾਂ, जिस दिन साडे जवान शहीद होए ने उस तो एक दिन पहला या बाद अपना चाइना की कंपनी नाल दिल्ली मेरठ जिहड़ा कोरीडोर बनना रेल लाइन का वो सेंटर गवर्नमेंट वालों चाइना की कंपनी को ठेका दिता गया कि पब्लिक तो सारी चीज़ जे सरकार ने सोचना चाहिए इस बारे। ਅਸੀਂ ਤਾਂ ਇੱਕ ਐਸੇ ਦੇਸ਼ ਭਗਤ ਦੀ ਮੂਰਤੀ ਲਾਈ ਹੈ ਜਿਹਦੀ ਹਿੰਦੁਸਤਾਨ ਨੂੰ ਜਿਹਦੇ ਕਰਕੇ ਜਿਹਦੇ ਐਫਰਟਸ ਕਰਕੇ ਅੱਜ ਹਿੰਦੁਸਤਾਨ ਐਡਾ ਵੱਡਾ ਦੇਸ਼ ਨਜ਼ਰ ਆਉਂਦਾ ਹੈ। ਉਹ ਤੋਂ ਆਬਜੈਕਸ਼ਨ ਹੈਗੀ ਵੀ ਚਾਈਨਾ ਤੋਂ ਲਿਆਂਦਾ ਗਿਆ। ਨਹੀਂ ਚਲੋ ਉਦੋਂ ਸਾਡਾ ਟ੍ਰੇਡ ਸੀਗਾ, ਉਦੋਂ ਛੇਤੀ ਦੇ ਆਉਣ ਵਾਲੇ ਟਾਈਮ ਤੋਂ ਚੀਜ਼ਾਂ ਸਾਰੀਆਂ ਚੇਂਜ ਹੋਣਗੀਆਂ। ਜਦੋਂ ਤਾਂ ਪਾਕਿਸਤਾਨ ਸਰਜੀਕਲ ਸਟ੍ਰਾਈਕ ਦੀ ਗੱਲ ਹੁੰਦੀ ਹੈ, ਰਾਤੋਂ ਰਾਤ ਸਰਜੀਕਲ ਸਟ੍ਰਾਈਕ ਕੀਤਾ ਜਾਂਦਾ। ਸਵੇਰ ਨੂੰ ਅਖਬਾਰਾਂ 'ਚ ਜਾਂ ਟੀਵੀ ਚੈਨਲ 'ਤੇ ਪਤਾ ਲੱਗਦਾ ਵੀ ਭਾਰਤ ਨੇ ਪਾਕਿਸਤਾਨ 'ਤੇ ਹਮਲਾ ਕਰਤਾ। ਪਰ ਜਦੋਂ ਚੀਨ 'ਤੇ ਹਮਲੇ ਦੀ ਗੱਲ ਹੁੰਦੀ ਤਾਂ ਸਰਬ ਪਾਰਟੀ ਮੀਟਿੰਗ ਰੱਖੀਆਂ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਗੰਭੀਰਤਾ ਲੱਗ ਰਹੀ ਹੈ ਚਾਈਨਾ ਮਾਮਲੇ 'ਤੇ? ਸਾਡੇ ਨੇਤਾ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਸਕੇ, ਉਹਨਾਂ ਦੀ ਚਾਲ ਨੂੰ ਸਮਝ ਨਹੀਂ ਸਕੇ। ਨਾਰਾ ਦੇ ਦਿੱਤਾ ਹਿੰਦੂ ਚੀਨੀ ਭਾਈ ਭਾਈ, ਲੇਕਿਨ ਸਾਡੇ ਉਹਨਾਂ ਦੇ ਪਿੱਠ 'ਚ ਛੁਰਾ ਘੁੰਮ ਪਿਆ। ਸਰ ਬਾਂਸਲ ਜੇ ਕੋਈ ਇੱਕ ਬੰਦਾ 1 ਇੰਚ ਬੰਦਾ ਅੰਦਰ ਨਹੀਂ ਆਇਆ, 1 ਇੰਚ ਬਾਹਰ ਨਹੀਂ ਗਿਆ, ਫਿਰ ਸਾਡੇ 20 ਜਵਾਨ ਸ਼ਹੀਦ ਕਿਵੇਂ ਹੋਊਗਾ? ਦੇਸ਼ ਦੀ ਜੋ ਮੌਜੂਦਾ ਸਰਕਾਰ ਹੈ ਜੀ, ਉਹ ਕਿਤੇ ਵੀ ਐਸੀ ਕਿਸੇ ਦੀ ਤਾਕਤ ਨਹੀਂ ਹੈ ਵੀ ਜਿਹੜਾ ਦੇਸ਼ ਹੁਣ ਸਾਡਾ ਟੁੱਟੇਗਾ। ਦੇਸ਼ ਤਾਂ ਹੁਣ ਅਸੀਂ ਇਹਨੂੰ ਪਾਕ ਓਕੂਪਾਈਡ ਕਸ਼ਮੀਰ ਨੂੰ ਲੈਣ ਨੂੰ ਫਿਰਦੇ ਹਾਂ, ਅਸੀਂ ਐਕਸਾਈਜ਼ ਚੀਨ ਨੂੰ ਲੈਣ ਨੂੰ ਫਿਰਦੇ ਹਾਂ, ਤੇ ਦੇਸ਼ 'ਚੋਂ ਕੋਈ ਪਾਰਟ ਟੁੱਟੇਗਾ ਇਹ ਹੁਣ ਪੋਸੀਬਲ ਨਹੀਂ ਹੈ। ਇਹ ਕੋਈ ਸੁਪਨੇ 'ਚ ਵੀ ਨਾ ਸੋਚੇ। ਪ੍ਰਾਈਮ ਮੁੱਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਪ੍ਰਵੀਨ ਬਾਂਸਲ ਜੀ ਨਾਲ, ਜਿਹੜੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਅਤੇ ਲੁਧਿਆਣਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਚਾਈਨਾ ਦੇ ਮੁੱਦੇ 'ਤੇ ਗੱਲ ਕਰਾਂਗੇ, ਪੰਜਾਬ ਸਰਕਾਰ ਦੀ ਜੋ ਨੀਤੀਆਂ ਨੇ ਉਹਦੇ ਬਾਰੇ ਗੱਲ ਕਰਾਂਗੇ, ਖਾਸ ਤੌਰ 'ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸੰਬੰਧਾਂ 'ਤੇ। ਬਹੁਤ ਬਹੁਤ ਸਵਾਗਤ ਹੈ ਬਾਂਸਲ ਸਾਹਿਬ ਤੁਹਾਡਾ ਜੀ। ਬਾਂਸਲ ਸਾਹਿਬ, ਸਭ ਤੋਂ ਪਹਿਲਾ ਸਵਾਲ ਮੈਨੂੰ ਇਹੀ ਹੈ, ਚਾਈਨਾ ਦੇ ਨਾਲ ਆਪਣਾ ਜਿਹੜਾ ਟਕਰਾਅ ਸ਼ੁਰੂ ਤੋਂ ਰਿਹਾ ਹੈ, ਜਿਹੜਾ ਬੀਤੇ ਦਿਨ ਜੋ ਹੋਇਆ ਬਹੁਤ ਮੰਦਭਾਗਾ, ਸਾਡੇ 20 ਜਵਾਨ ਸ਼ਹੀਦ ਹੋਏ ਨੇ, ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ। ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਪੋਲੀਟੀਕਲ ਰਾਜਨੀਤੀ ਬਹੁਤ ਜ਼ਿਆਦਾ ਇੱਥੇ ਤੇਜ਼ ਹੋ ਚੁੱਕੀ ਹੈ, ਅਤੇ ਕਿਤੇ ਨਾ ਕਿਤੇ ਲੱਗ ਰਿਹਾ ਵੀ ਮੋਦੀ ਸਰਕਾਰ ਸੌਫਟ ਨਜ਼ਰ ਆ ਰਹੀ ਹੈ। ਪਾਕਿਸਤਾਨ ਪ੍ਰਤੀ ਜੋ ਰਵੱਈਆ ਸੀ ਬੀਜੇਪੀ ਦਾ, ਉਹ ਚਾਈਨਾ ਪ੍ਰਤੀ ਨਹੀਂ ਦਿਖ ਰਿਹਾ ਜੀ। ਦੇਖੋ, ਇੱਕ ਤਾਂ ਜਿਹੜਾ ਤੁਸੀਂ ਕਿਹਾ ਵੀ ਚਾਈਨਾ ਦੇ ਖਿਲਾਫ ਸਾਡਾ ਐਸਾ ਕੁਛ ਨਾ ਇਸ਼ੂ ਰਿਹਾ ਹੈ, ਚਾਈਨਾ ਦੀਆਂ ਨੀਤੀਆਂ ਕਰਕੇ ਸਾਨੂੰ ਇਹ ਸਟੈਪ ਲੈਣੇ ਪੈਂਦੇ ਜੀ। ਅਤੇ ਪਿਛਲੇ 100 ਸਾਲ ਦਾ ਤੁਸੀਂ ਚਾਈਨਾ ਦਾ ਇਤਿਹਾਸ ਦੇਖੋ, ਚਾਈਨਾ ਦੀ ਨੀਤੀ ਵਿਸਤਾਰਵਾਦੀ ਨੀਤੀ ਰਹੀ ਹੈ। ਉਹਦੇ ਨਾਲ ਜਿੰਨੇ ਵੀ ਬਾਉਂਡਰੀਜ਼ ਹੈਗੀਆਂ ਅਲੱਗ-ਅਲੱਗ ਦੇਸ਼ਾਂ ਦੀਆਂ, ਤਕਰੀਬਨ ਸਾਰੀਆਂ ਦੇਸ਼ਾਂ ਦੇ ਨਾਲ ਉਹਦਾ ਡਿਸਪਿਊਟ ਹੈ ਜੀ। ਕੱਲਾ ਪਾਕਿਸਤਾਨ ਨਹੀਂ ਹੈਗਾ, ਕਿਉਂਕਿ ਪਾਕਿਸਤਾਨ ਨੇ ਇੱਕ ਤਰ੍ਹਾਂ ਦਾ ਉਹਨੂੰ ਠੇਕੇ 'ਤੇ ਹੀ ਦਿੱਤਾ ਹੋਇਆ, ਪਾਕਿਸਤਾਨ ਉਸ 'ਤੇ ਡਿਪੈਂਡ ਹੈ ਜੀ। ਜਿੱਥੇ ਤੱਕ ਗਈ ਸਾਡੇ ਕਨਫਲਿਕਟ ਦੀ 1962 ਦੇ ਅੰਦਰ, ਜਿਹੜਾ ਉਹਨਾਂ ਨੇ ਸਾਡੇ ਦੇਸ਼ ਨੂੰ ਧੋਖੇ 'ਚ ਰੱਖਿਆ ਔਰ ਸਾਡੇ ਨੇਤਾ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਸਕੇ, ਉਹਨਾਂ ਦੀ ਚਾਲ ਨੂੰ ਸਮਝ ਨਹੀਂ ਸਕੇ। ਨਾਰਾ ਦੇ ਦਿੱਤਾ ਹਿੰਦੂ ਚੀਨੀ ਭਾਈ ਭਾਈ, ਲੇਕਿਨ ਸਾਡੇ ਉਹਨਾਂ ਦੇ ਪਿੱਠ 'ਚ ਛੁਰਾ ਘੁੰਮ ਪਿਆ। ਪਰ ਹਿੰਦੁਸਤਾਨ ਇਹ 1962 ਵਾਲਾ ਹਿੰਦੁਸਤਾਨ ਨਹੀਂ ਆ ਗਿਆ। ਅੱਜ ਹਿੰਦੁਸਤਾਨ 'ਤੇ ਜਿਹੜੀ ਰਾਜ ਹੈ ਉਹ ਉਸ ਪਾਰਟੀ ਦਾ, ਉਸ ਨੇਤਾਵਾਂ ਦਾ, ਜਿਨ੍ਹਾਂ ਦਾ ਆਪਣੇ ਆਪ 'ਚ ਆਪਣਾ ਕੋਈ ਲਾਲਚ ਨਹੀਂ ਹੈ, ਆਪਣਾ ਕੋਈ ਮੁੱਦਾ ਨਹੀਂ ਹੈ ਜੀ। ਉਹਨਾਂ ਵਾਸਤੇ ਸਿਰਫ ਤੇ ਸਿਰਫ ਦੇਸ਼ ਤੇ ਦੇਸ਼ ਦੀ ਜਨਤਾ ਹੈ ਜੀ। ਤੁਸੀਂ ਕਿਸੇ ਐਗਜ਼ਾਮਪਲ ਦੇ ਤੌਰ 'ਤੇ ਪਾਕਿਸਤਾਨ ਸਾਨੂੰ ਜਿਸ ਦਿਨ ਦਾ ਬਣਿਆ 1947 ਤੋਂ ਬਾਅਦ, ਅਲੱਗ-ਅਲੱਗ ਤਰ੍ਹਾਂ ਨਾਲ ਹਿੰਦੁਸਤਾਨ ਦੇ ਨਾਲ ਕਿਸੇ ਤਰ੍ਹਾਂ ਸਾਡੇ ਯੁੱਧ ਵੀ ਹੋਏ, ਉਹਨਾਂ ਦੇ ਨਾਲ ਕਾਰਗਿਲ ਦਾ ਹੋਇਆ, 1972 ਦਾ ਹੋਇਆ, ਐਸੇ ਕਈ ਉਹਦੇ ਨਾਲ ਹਮੇਸ਼ਾ ਉਹਨੇ ਸਾਨੂੰ ਦੂਸਰੇ ਤਰੀਕੇ ਦੇ ਨਾਲ ਹਿੰਦੁਸਤਾਨ ਨੂੰ ਤੇ ਅੰਦਰ ਉਗਰਵਾਦ ਵੀ ਲੈ ਕੇ ਆਂਦਾ, ਹਰ ਤਰ੍ਹਾਂ ਕੀਤਾ। ਲੇਕਿਨ ਜਿਸ ਤਰ੍ਹਾਂ ਦਾ ਸਖਤ ਸਟੈਪ ਮੋਦੀ ਗਵਰਨਮੈਂਟ ਨੇ ਲਿੱਤਾ, ਚਾਹੇ ਉਹ ਸਰਜੀਕਲ ਸਟ੍ਰਾਈਕ ਸੀ, ਚਾਹੇ 에ਅਰ ਸਟ੍ਰਾਈਕ ਸੀ, ਚਾਹੇ ਜੰਮੂ ਕਸ਼ਮੀਰ 'ਚ ਜਿੰਨੇ ਵੀ ਪਾਕ ਜਿਹੜੇ ਸਪੋਰਟਡ ਉਗਰਵਾਦ ਸੀ, ਉਹਦਾ ਉਗਰਵਾਦੀਆਂ ਦਾ ਖਾਤਮਾ ਸੀਗਾ, ਸਫਾਈ ਅਭਿਆਨ ਚਲਾਇਆ ਹੋਇਆ। ਐਸਾ ਫਿਰ ਉਹਨਾਂ ਦੇ ਘਰ 'ਚ ਜਾ ਕੇ
ਜਿਹੜੇ ਲੋਕ ਉਹਨਾਂ ਦੀ ਸਪੋਰਟ ਕਰਦੇ ਸੀਗੇ ਉਹਨਾਂ ਤੱਕ ਕਾਰਵਾਈ ਕਰਨਾ ਜੀ, ਇਹ ਤੁਹਾਨੂੰ ਸਰਕਾਰ ਦੀ ਨੀਅਤੀ ਉਹਦੀ ਸਮਝ ਆਉਣੀ ਚਾਹੀਦੀ ਹੈ ਜੀ। ਨੰਬਰ 1। ਨੰਬਰ 2, ਚਾਈਨਾ ਦੇ ਮੁੱਦੇ ਤੇ ਦੇਖੋ, ਡੋਕਲਾਮ ਦੇ ਮੁੱਦੇ ਤੇ ਕਿੰਨੇ ਦਿਨ ਮੁੱਦਾ ਚੱਲਦਾ ਰਿਹਾ, ਲੇਕਿਨ ਡੋਕਲਾਮ ਦੇ ਮੁੱਦੇ ਤੇ ਸਰਕਾਰ ਪਿੱਛੇ ਨਹੀਂ ਹਟੀ ਜੀ। ਅਗਲੀ ਗੱਲ, ਕਿਉਂਕਿ ਚਾਈਨਾ ਨੂੰ 1962 ਦਾ ਸੁਪਨਾ ਉਹਨਾਂ ਨੇ ਦੇਖਿਆ ਸੀਗਾ। 1962 'ਚ ਉਹ ਚਾਈਨਾ ਦੇ ਬਾਰਡਰ ਤੇ ਸਾਡੇ ਮਿਲਟਰੀ ਵਾਸਤੇ ਪਹੁੰਚਾਉਣ ਵਾਸਤੇ ਰਸਦ, ਐਮੂਨੇਸ਼ਨਸ, ਆਰਮਜ਼ ਵਾਸਤੇ ਬੜੀ ਦਿੱਕਤ ਸੀ ਜੀ। 20 ਸਾਲ ਤੋਂ ਸੜਕ ਬਣ ਰਹੀ ਸੀ DOB ਜਿਹੜੀ, ਉਹ ਰੋਡ ਨੂੰ 2014 ਤੋਂ ਬਾਅਦ ਇੰਨੀ ਫਾਸਟ ਕੀਤਾ, ਅੱਜ ਉਹ ਰੋਡ ਆਲਮੋਸਟ ਕੰਪਲੀਟ ਹੋ ਗਈ ਜੀ, ਜਿਹੜੀ ਪੂਰੇ ਨਾਰਦਰਨ ਪਾਰਟ ਦੇ ਨੂੰ ਉਹਨੂੰ ਬਾਰਡਰ ਨੂੰ ਸਪੋਰਟ ਕਰਦੀ ਹੈ। ਉਹਦੇ ਪੈਰਲਲ ਇੱਕ ਹੋਰ ਰੋਡ ਬਣਾਈ ਗਈ ਜਿਹੜੀ ਸਦਰਨ ਪਾਰਟ ਨੂੰ ਵੀ ਸਪੋਰਟ ਕਰਦੀ ਹੈ, ਔਰ ਬਾਰਡਰ ਤੋਂ ਜਸਟ 6-7 ਕਿਲੋਮੀਟਰ ਦੂਰ ਹੈ। ਉਹ ਵੀ ਡਿਸਟੈਂਸ ਕਵਰ ਕਰਨ ਵਾਸਤੇ ਉੱਥੇ ਬ੍ਰਿਜ ਬਣਾਏ ਗਏ, ਔਰ ਵਰਲਡ ਦੇ ਜਿਹੜੇ ਹਾਈ ਐਲਟੀਚਿਊਡ ਤੇ 에ਅਰਪੋਰਟ ਬਣੇ ਹੋਏ ਆ, ਅਸੀਂ ਉਹ 에ਅਰਪੋਰਟ ਵੀ ਬਣਾਇਆ ਵੀ ਤਾਂ ਕਰਕੇ ਅਸੀਂ ਇਮੀਡੀਏਟ ਉੱਥੇ ਆਪਣੀ ਮਿਲਟਰੀ ਨੂੰ ਸਾਰਾ ਸਮਾਨ ਪਹੁੰਚਾ ਸਕੀਏ ਜੀ। ਡਿਫਰੈਂਟ ਤਰ੍ਹਾਂ ਦੇ ਆਰਮਜ਼ ਲਏ, ਫਾਈਟਰਸ ਲਏ, ਔਰ ਫੌਜੀ ਲੋਕਾਂ ਦੀ ਉਹਨਾਂ ਦੀ ਭਰਾਵਾਂ ਦੀ ਉਹਦੀ ਸੇਫਟੀ ਦੇ ਲਈ ਜੈਕਟਸ, ਬੁਲਟਸ ਜੈਕਟਸ ਨੂੰ ਪ੍ਰੋਵਾਈਡ ਕੀਤੀਆਂ। ਤੁਸੀਂ ਦੇਖੋ, ਐਸਾ ਇਨਫਰਾਸਟ੍ਰਕਚਰ ਦੇਖ ਕੇ ਚਾਈਨਾ ਨੂੰ ਘਬਰਾਹਟ ਹੋਈ, ਜਿਹਦੇ ਕਰਕੇ ਉਹਨੇ ਐਸਾ ਦੁਸਹਾ ਕੀਤਾ। ਨੰਬਰ 1। ਨੰਬਰ 2, ਹੁਣ ਸਾਡੇ ਉੱਥੇ ਸ਼ਹੀਦ ਹੋਏ 20 ਸੈਨਿਕ ਜੀ। ਦੇਖੋ, ਸੈਨਿਕ ਇੱਕ ਵੀ ਜਿਹੜਾ ਸੈਨਿਕ ਜਾਣਾ ਉਹ ਬੜਾ ਦੁਖਦਾਈ ਹੈ, ਲੇਕਿਨ ਜਿਹੜੇ ਆਰਮੀ 'ਚ ਲੋਕ ਜਾਂਦੇ ਆ ਉਹ ਇੱਕ ਸੁਪਨਾ ਲੈ ਕੇ ਜਾਂਦੇ ਆ ਵੀ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਨੀ ਹੈ। ਉਹ ਆਪਣੀ ਜਾਨ ਹਥੇਲੀ ਤੇ ਰੱਖ ਕੇ ਜਾਂਦੇ ਆ ਜੀ। ਜਿਸ ਤਰ੍ਹਾਂ ਸਾਡੇ ਦੇਸ਼ ਤੇ ਸੰਕਟ ਆਇਆ, ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਜੀ। ਲੇਕਿਨ ਮੋਦੀ ਸਾਹਿਬ ਨੇ ਜਿਹੜੀ ਗੱਲ ਕੀਤੀ ਸਾਨੂੰ ਉੱਥੋਂ ਸਮਝਣਾ ਚਾਹੀਦਾ। ਉਹਨੇ ਕਿਹਾ ਮਾਰਤੇ ਮਾਰਤੇ ਮਰੇ ਹੈ ਜੀ। ਉਹਨਾਂ ਨੇ ਆਪਣੇ ਬਾਰਡਰ ਦੀ ਰੱਖਿਆ ਕੀਤੀ, ਔਰ ਥੋੜੇ ਹੁੰਦੇ ਹੋਏ ਵੀ ਉਹਨਾਂ ਨੂੰ ਜ਼ਿਆਦਾ ਨੁਕਸਾਨ ਕੀਤਾ ਹੈ। ਨਹੀਂ, ਹਾਲ ਤੱਕ ਕੋਈ ਆਇਆ ਨਹੀਂ ਚਾਈਨਾ ਦਾ ਕੋਈ ਬੰਦਾ ਮਰਿਆ ਆਇਆ। ਤੁਸੀਂ ਦੇਖੋ, ਚਾਈਨਾ ਨੇ ਜਦ ਵੀ ਚਾਈਨਾ ਦਾ ਨੁਕਸਾਨ ਜ਼ਿਆਦਾ ਹੋਇਆ 1967 ਦੇ ਅੰਦਰ ਸਾਡੇ ਕਰੀਬ 70-80 ਸੀਗੇ ਆਪਣੇ ਨੌਜਵਾਨ ਸ਼ਹੀਦ ਹੋਏ ਸੀ, ਤੇ ਉਹਨਾਂ ਦੇ 300 ਤੋਂ ਵੱਧ ਸੀ ਉਹਨਾਂ ਨੇ ਲੁਕੋ ਲਿਆ ਜੀ। ਜਦ ਵੀ ਚਾਈਨਾ ਦਾ ਨੁਕਸਾਨ ਹੋਇਆ ਉਹਨਾਂ ਨੇ ਉਦੋਂ ਡਾਟਾ ਨਹੀਂ ਦਿੱਤਾ। ਲੇਕਿਨ ਕਈ ਚੀਜ਼ਾਂ ਸਮਝਣੇ ਚਾਹੀਦੀਆਂ ਹੈ। ਅਮਰੀਕਾ ਦੇ ਸੈਟੇਲਾਈਟ ਦੇ ਜਿਹੜਾ ਸਾਰਾ ਰਿਪੋਰਟ ਆਈ ਹੈ ਵੀ 35 ਦੇ ਕਰੀਬ ਉਹਨਾਂ ਦੀ ਕੈਜੂਅਲਟੀ ਅਮਰੀਕਾ ਦੇ ਸੈਟੇਲਾਈਟ ਦੀ ਰਿਪੋਰਟ ਹੈ। ਅਗਲੀ ਗੱਲ, ਜਿਹੜਾ ਉਹਨਾਂ ਦਾ ਗਲੋਬਲ ਟਾਈਮ ਹੈ ਚਾਈਨਾ ਦਾ, ਜਿਹੜਾ ਮਾਊਥ ਪੀਸ ਕਹਿੰਦੇ ਆ ਗਵਰਨਮੈਂਟ ਦਾ, ਤੇ ਉਹਦੇ ਸ਼ਬਦ ਦੱਸਦੇ ਆ ਜੀ ਵੀ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਉੱਥੇ ਦੀ ਮੂਵਮੈਂਟ ਜਿਹੜੀ ਹੈ, ਉੱਥੇ ਦੇ ਹੈਲੀਕਾਪਟਰਸ ਦੀ, ਉਹਨਾਂ ਦੇ ਰੈੱਡ ਕ੍ਰਾਸ ਜਿਹੜੀਆਂ ਗੱਡੀਆਂ ਦੀ ਮੂਵਮੈਂਟ ਦੱਸਦੀ ਹੈ ਵੀ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਜੀ। ਬਾਂਸਲ, ਤੁਸੀਂ ਗੱਲ ਕੀਤੀ ਆ ਸਰਜੀਕਲ ਸਟ੍ਰਾਈਕ ਦੀ ਗੱਲ ਕੀਤੀ ਹੈ। ਜਦੋਂ ਮੈਂ ਦੁਬਾਰਾ ਫਿਰ ਉਹੀ ਮੇਰਾ ਕੁਐਸਚਨ ਦੁਬਾਰਾ ਰਿਪੀਟ ਹੋ ਰਿਹਾ ਹੈ ਵੀ ਜਦੋਂ ਤਾਂ ਪਾਕਿਸਤਾਨ ਸਰਜੀਕਲ ਸਟ੍ਰਾਈਕ ਦੀ ਗੱਲ ਹੁੰਦੀ ਹੈ, ਰਾਤੋਂ ਰਾਤ ਸਰਜੀਕਲ ਸਟ੍ਰਾਈਕ ਕੀਤਾ ਜਾਂਦਾ, ਸਵੇਰ ਨੂੰ ਅਖਬਾਰਾਂ 'ਚ ਜਾਂ TV ਚੈਨਲ 'ਤੇ ਪਤਾ ਲੱਗਦਾ ਵੀ ਭਾਰਤ ਨੇ ਪਾਕਿਸਤਾਨ 'ਤੇ ਹਮਲਾ ਕਰਤਾ। ਪਰ ਜਦੋਂ ਚੀਨ 'ਤੇ ਹਮਲੇ ਦੀ ਗੱਲ ਹੁੰਦੀ ਤਾਂ ਸਰਬ ਪਾਰਟੀ ਮੀਟਿੰਗ ਰੱਖੀਆਂ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਗੰਭੀਰਤਾ ਲੱਗ ਰਹੀ ਹੈ ਚਾਈਨਾ ਮਾਮਲੇ 'ਤੇ? ਦੇਖੋ, ਮੋਦੀ ਸਰਕਾਰ ਔਰ ਸਾਡੀ ਲੀਡਰਸ਼ਿਪ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਜੀ ਵਚਨਬੱਧ ਹੈ। ਉਹਨੇ ਪ੍ਰਣ ਕੀਤਾ ਹੋਇਆ। ਮਾਨਯ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਜਦੋਂ ਹਾਊਸ 'ਚ 370 ਦੇ ਮੁੱਦੇ ਤੇ ਬੋਲ ਰਹੇ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਪਾਕ ਓਕੂਪਾਈਡ ਕਸ਼ਮੀਰ ਹੈ ਜੀ, ਉਹ ਵੀ ਸਾਡਾ ਹੈ। ਬਿਲਕੁਲ। ਜਿਹੜਾ ਅਕਸਾਈ ਚੀਨ ਹੈ ਉਹ ਵੀ ਸਾਡਾ ਜੀ। ਕਿ ਜੇ ਮੈਂ ਲੇਹ ਦੀ, ਲੱਦਾਖ ਦੀ ਗੱਲ ਕਰਦਾ, ਇਹਦਾ ਮਤਲਬ ਉਹ ਵੀ ਵਿੱਚ ਹੈ ਜੀ। ਤਾਂ ਐਸੀ ਵੱਡੀ ਗੱਲ ਕਹਿਣਾ ਸਾਨੂੰ ਸਮਝ, ਇੱਕ ਆਮ ਬੰਦਾ ਵੀ ਸਮਝ ਲੈਂਦਾ ਹੈ ਵੀ ਇਹਦਾ ਮਤਲਬ ਹੈ ਵੀ ਸਾਡੀ ਅੱਖ ਉਹ ਜਗ੍ਹਾ ਤੇ ਵੀ ਹੈਗੀ ਹੈ ਜੀ। ਅਗਲੀ ਗੱਲ, ਮੋਦੀ ਸਾਹਿਬ ਨੇ ਕੱਲ ਵੀ ਬਿਆਨ 'ਚ ਕਿਹਾ ਵੀ ਨਾ ਤਾਂ 1 ਇੰਚੋ ਸਾਡੇ ਅੰਦਰ ਆ ਸਕੇ ਜੀ, ਨਾ 1 ਇੰਚ ਉਹਨਾਂ ਨੇ ਜਗ੍ਹਾ ਕਬਜ਼ਾ ਕੀਤੀ, ਨਾ ਉੱਥੇ ਉਹਨਾਂ ਦੇ ਟੈਂਟ ਹੈ। ਬਿਲਕੁਲ ਕਲੀਅਰ ਹੈ। ਇਹ ਤਾਂ ਕੁਝ ਲੋਕ ਜਿਨ੍ਹਾਂ ਨੇ ਹਮੇਸ਼ਾ ਦੇਸ਼ ਨੂੰ ਨੁਕਸਾਨ ਪਹੁੰਚਾਇਆ ਆਪਣੇ ਮੁੱਦਿਆਂ ਲਈ। ਦੇਖੋ, ਜਿਹੜਾ ਡੋਕਲਾਮ ਦਾ ਮੁੱਦਾ ਸੀ, ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੇ ਚਾਈਨਾ ਦੇ ਰਾਜਦੂਤ ਨੂੰ ਮਿਲ ਰਹੀ ਸੀ, ਉਹਨਾਂ ਦੇ ਲੀਡਰਾਂ ਨੂੰ ਮਿਲ ਰਹੀ ਸੀ। ਜਦ ਕੈਲਾਸ਼ ਪਰਬਤ ਦੀ ਯਾਤਰਾ ਤੇ ਰਾਹੁਲ ਗਾਂਧੀ ਗਏ ਆ, ਉਦੋਂ ਵੀ ਜਾ ਕੇ ਉਹਨਾਂ ਦੇ ਲੀਡਰਾਂ ਨੂੰ ਮਿਲ ਕੇ ਆਏ ਆ ਜੀ। ਪਾਕਿਸਤਾਨ ਦੇ ਵਰਗਿਆਂ ਦੇ ਉਹ ਇੱਦਾਂ ਲੱਗਦਾ ਜਿਵੇਂ ਪਾਕਿਸਤਾਨ ਦੇ ਬਿਆਨ ਹੁੰਦੇ ਆ। ਤਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਐਸੀਆਂ ਪਾਰਟੀਆਂ ਨੂੰ, ਜਿਨ੍ਹਾਂ ਨੂੰ ਐਸੇ ਸੈਂਸਿਟਿਵ ਮੁੱਦੇ ਤੇ ਦੇਸ਼ ਦੀ
ਨੇਤਰਤਵ ਦੀ ਸਪੋਰਟ ਕਰਨੀ ਚਾਹੀਦੀ ਹੈ, ਲੇਕਿਨ ਉਹ ਸਪੋਰਟ ਨਾ ਕਰਦੇ ਹੋਏ ਉਹ ਆਪਣੀ ਰਾਜਨੀਤੀ ਕਰ ਰਹੇ ਹੈ, ਜਿਹੜੀ ਇਸ ਤੋਂ ਘਟੀਆ ਹਰਕਤ ਹੋ ਨਹੀਂ ਸਕਦੀ। ਜੀ ਸਰ ਬਾਂਸਲ, ਜੇ ਕੋਈ ਇੱਕ ਬੰਦਾ 1 ਇੰਚ ਬੰਦਾ ਅੰਦਰ ਨਹੀਂ ਹੈ, 1 ਇੰਚ ਬਾਹਰ ਨਹੀਂ ਹੈ, ਫਿਰ ਸਾਡੇ 20 ਜਵਾਨ ਸ਼ਹੀਦ ਕਿਵੇਂ ਹੋਊਗਾ? ਕੋਈ ਕਾਰਨ ਤਾਂ ਹੋਣਾ ਵੀ ਅੰਦਰ ਹੋਣਾ। ਦੇਖੋ ਕੱਲ ਆਲ ਪਾਰਟੀ ਮੀਟਿੰਗ ਸੀ ਜੀ, ਔਰ ਤੁਹਾਡਾ ਬੜਾ ਪ੍ਰਾਈਮ ਜਿਹੜਾ ਉਹਦੇ ਚੈਨਲ ਹੈ, ਮੈਂ ਦੇਖਦਾ ਤੁਹਾਡਾ ਬੜਾ ਸੀਨੀਅਰ ਪੱਤਰਕਾਰ ਉਸ 'ਚ ਇਨਵੋਲਵ ਹੈ, ਔਰ ਸਾਰੇ ਉਹ ਬੜੇ ਡਿਟੇਲ ਤੋਂ ਖਬਰਾਂ ਲੈ ਕੇ ਆਉਂਦੇ ਆ ਜੀ। ਮੋਦੀ ਸਾਹਿਬ ਨੇ ਕਲੀਅਰ ਕੱਟ ਦੱਸਿਆ ਜੀ, ਸਾਰੀ ਪਾਰਟੀ ਨੂੰ ਦੱਸਿਆ ਵੀ ਉਹ ਫਾਈਨਲ ਹੋਇਆ ਵੀ ਤੁਹਾਡੀ ਇਹ ਬਾਉਂਡਰੀ ਹੈ। ਜਸਟ ਉਹ ਇੱਕ ਸਿਰਫ ਆਪਣਾ ਵਿਊ ਲੈਣ ਗਏ ਸੀ ਵੀ ਕਿਆ ਯਾਰ ਉਹਨਾਂ ਨੇ ਉਹ ਜਿਹੜੀ ਫੈਸਲਾ ਹੋਇਆ ਸੀ ਉਹਨੂੰ ਪਾਲਣ ਕੀਤਾ ਨਹੀਂ ਕੀਤਾ। ਹੁਣ ਕੋਈ ਧੋਖੇ ਨਾਲ ਪੱਥਰਾਂ ਦੇ ਪਿੱਛੇ ਬਹਿ ਕੇ ਅਟੈਕ ਕਰ ਦੂਗਾ ਜੀ। ਅਸੀਂ ਨਾਰਮਲ ਵੇ ਨਾਲ ਗਏ ਆ, ਉਹਨਾਂ ਨੇ ਅਟੈਕ ਕਰਤਾ, ਉਹਦੇ ਬਾਵਜੂਦ ਸਾਡੇ ਫੌਜੀ ਦਲੇਰੀ ਨਾਲ ਲੜੇ ਤੇ ਉਹਦਾ ਫਿਰ ਉਹਨਾਂ ਨੇ ਮੁਕਾਬਲਾ ਕੀਤਾ। ਬਾਂਸਲ, ਜਿੱਥੋਂ ਮੇਰੀ ਨੌਲੇਜ ਹੈ ਉੱਥੇ ਸੰਧੀ ਹੋਈ ਆ ਚੀਨ ਤੇ ਭਾਰਤ ਵਿੱਚ ਵੀ, ਉੱਥੇ ਹਥਿਆਰਾਂ ਨਾਲ ਜੰਗਬੰਦੀ ਨਹੀਂ ਹੋ ਸਕਦੀ, ਪਰ ਇਹ ਨਾਲ ਇਹ ਨਹੀਂ ਵੀ ਅਸੀਂ ਆਪਣੇ ਫੌਜੀਆਂ ਨੂੰ ਨਿਹੱਥੇ ਉੱਥੇ ਭੇਜ ਦਈਏ। ਵੱਡਾ ਸਵਾਲ ਹੈ। ਮੁੱਖ ਮੰਤਰੀ ਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਕੱਲ੍ਹ ਬਿਆਨ ਹੈ ਵੀ ਜੇ ਲਾਠੀਆਂ ਨਾਲ ਭੇਜਣਾ ਸੀ ਤਾਂ RSS ਦੇ ਜਿਹੜੇ ਸਮਾਜ ਸੇਵਕ ਸੰਘ ਦੇ ਬੰਦੇ ਨੇ ਉਹਨਾਂ ਨੂੰ ਲਾਠੀਆਂ ਨਾਲ ਭੇਜੋ, ਜਿਹੜੇ ਫੌਜੀ ਨੇ ਉਹ ਹਥਿਆਰ ਨਾਲ ਲੜਨ ਲਈ ਇਹਨਾਂ ਨੂੰ ਹਥਿਆਰ ਉੱਥੇ ਪ੍ਰੋਵਾਈਡ ਕਰਵਾਉਣੇ ਚਾਹੀਦੇ ਆ। ਕੈਪਟਨ ਨੇ ਬੜੀ ਬਚਕਾਨਾ ਗੱਲ ਕੀਤੀ ਹੈ ਜੀ ਵੀ ਉੱਥੇ ਲਾਠੀ ਨਾਲ ਭੇਜਣਾ, ਤੇ ਕੈਪਟਨ ਸਾਹਿਬ सम्मानी है और स्टेट के मुख्य मंत्री हैं और आप फौज च रहे हैं, उन्होंने पता होना चाहिए भी हथियार बिना नहीं गए जी, हथियार उन्होंने को गए सीगे, लेकिन अपनी फौज की नेचर है जी साडी फौज है, उन्होंने कानून का पालन किया जी, उन्होंने नहीं पता सीगा भी ये इस तरह की हरकत कर सकते हैं। वो पुराने हथियार किल्लां लगियां डांगा या लोहे वालियां तारां या उन्होंने रोड्स आयरन रोड्स, अजकल किहड़े देश की मिलिटरी ऐसे चीज़ां यूज़ करती है, तो उन्होंने सोचा नहीं सीगा, चाइना ने वो किया, ਉਹਦਾ ਉਹਨੂੰ ਜਿਹੜਾ ਹੈਗਾ ਮੁੱਲ ਦੇਣਾ ਪਏਗਾ ਜੀ। ਬਸ ਜਦੋਂ ਵੀ ਚਾਈਨਾ ਨਾਲ ਆਪਣਾ ਤਕਰਾਰ ਹੁੰਦਾ ਹੈ, ਅੱਜ ਦੀ ਗੱਲ ਨਹੀਂ ਪਿਛਲੀ ਸਰਕਾਰ ਦੀ ਵੀ ਗੱਲ ਕਰ ਲਈ ਤੇ ਦੇਸ਼ ਵਿੱਚ ਆਵਾਜ਼ ਉੱਠ ਰਹੀ ਹੈ ਚਾਈਨਾ ਦੇ ਮਾਲ ਦਾ ਜਿਹੜਾ ਬਾਈਕਾਟ ਕਰ ਦਿਓ, ਚਾਈਨਾ ਤੋਂ ਅਸੀਂ ਕੋਈ ਮਾਲ ਖਰੀਦਣਾ ਨਹੀਂ। ਇੱਥੋਂ ਤੱਕ ਵੀ ਗੱਲ ਹੈ ਜਿਹੜਾ ਸਾਡੇ ਕੋਲ ਮਾਲ ਹੈਗਾ ਉਹਦੀ ਭੰਨ ਤੋੜ ਕਰ ਦਿਓ। ਪਰ ਮੋਦੀ ਗਵਰਨਮੈਂਟ ਬਣਨ ਤੋਂ ਬਾਅਦ ਇਹ ਜਿਹੜੀ ਮੰਗ ਜਿਹੜੀ ਜ਼ੋਰ ਫੜਦੀ ਜਾ ਰਹੀ ਤੇ ਬੀਤੇ ਦਿਨ ਤੋਂ ਵੀ ਇਹ ਜਿਹੜੀ ਮੰਗ ਹੈ ਇਹ ਜ਼ੋਰ ਫੜ, ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਜੀ? ਦੇਖੋ हिंदुस्तान भी जिहड़ा एक ट्रेड ऑर्गेनाइजेशन है, वर्ल्ड ट्रेड ऑर्गेनाइजेशन है, उहदी कुछ रूल्स एंड रेगूलेशन है, कुछ रूल एंड रेगूलेशन च बन्ने हैं जी। गौरमेंट सीधे तौर पर तो कुछ लिमिटेशनस होणगियां, ये चीज़ां तो पब्लिक नूं इस चीज़ां नूं देखनी चाहिए है। जापान दे उपर अमेरिका ने एटम बंब मारिया सीगा, ठीक है, अज तक अमेरिका दी वो चीज़ चाहे वो दुगने रेट ते खरीद लैणगे, अमेरिका का संतरा तक उत्थे कोई हैगा वो एक बंदा संतरा खरीदण नूं तैयार नहीं है जी। ये साडे लोगों की विल चाहिए है जी भी असीं कहना भी सस्ता माल देख के असीं या जिहड़ियां चीज़ां ठीक है गुजारा नहीं हो सकता, जिंदगी तुहाडी खतरे च है, असीं वो चीज़ां वरतीए, लेकिन जिथों अवॉइड हो सकता है सानू पब्लिक नूं जागरूक होना पेगा। जब तक पब्लिक देखो साडी 135 करोड़ के करीब आबादी है जी, तो अज मोबाइल च चाइना का कब्जा है, असैसरीज चाइना का कब्जा है, या होर ऐसिया मार्केट च उन्हों का कब्जा है। पब्लिक नूं जागरूक होना पेगा, और जिस दिन पब्लिक जागरूक होगी, जिन्ना फंड करीब 53 बिलियन जिहड़ा डॉलर है हर साल सानू बिजनेस के तौर पर असीं उन्हां नूं 4 लाख करोड़ ਦੇ ਪਲੱਸ ਤੁਸੀਂ ਦੇਖੋ ਉਹਨਾਂ ਪੈਸਾ ਟੋਟਲ ਚਾਈਨਾ ਨੇ ਪਾਕਿਸਤਾਨ ਚ ਜਿੰਨੇ ਉਹਦੇ ਰੋਡਸ ਤੇ ਟੋਟਲ ਉਹਨਾਂ ਫੰਡ ਲਗਾਇਆ, ਅਸੀਂ ਹਰ ਸਾਲ ਦੇ ਦਿੰਦੇ ਆ। ਸਹੀ, ਇਹ ਕਮਜ਼ੋਰੀ ਸਰਕਾਰ ਦੀ ਨਹੀਂ ਹੈ ਜੀ, ਇਹ ਕਮਜ਼ੋਰੀ ਸਾਡੀ ਲੋਕਾਂ ਦੀ ਹੈ। ਪਬਲਿਕ ਨੂੰ ਜਾਗਰੂਕ ਹੋਣਾ ਪਏਗਾ ਵੀ ਅਸੀਂ ਉਹ ਚੀਜ਼ਾਂ ਨੂੰ ਅਵੋਇਡ ਕਰੀਏ। ਮੈਂ ਪਬਲਿਕ ਤੇ ਵੀ ਆਉਣਾ ਵਾ, ਤੁਸੀਂ ਗੱਲ ਕੀਤੀ ਪਬਲਿਕ ਦੀ ਜਾਗਰੂਕ ਹੋਣਾ ਚਾਹੀਦਾ। ਪਟੇਲ ਸਾਹਿਬ ਦੀ ਮੂਰਤੀ ਬਣੀ 3000 ਕਰੋੜ ਰੁਪਏ ਦੀ, ਉਹ ਵੀ ਚਾਈਨਾ ਤੋਂ ਆਈ। ਤੁਹਾਨੂੰ ਹੋਰ ਅਹਿਮ ਦੱਸਦਾ ਵਾਂ, ਜਿਸ ਦਿਨ ਸਾਡੇ ਜਵਾਨ ਸ਼ਹੀਦ ਹੋਏ ਨੇ ਉਸ ਤੋਂ ਇੱਕ ਦਿਨ ਪਹਿਲਾਂ ਜਾਂ ਬਾਅਦ 'ਚ ਆਪਣਾ ਚਾਈਨਾ ਦੀ ਕੰਪਨੀ ਨਾਲ ਦਿੱਲੀ ਮੇਰਠ ਜਿਹੜਾ ਕੋਰੀਡੋਰ ਬਣਨਾ ਰੇਲ ਲਾਈਨ ਦਾ, ਉਹ ਸੈਂਟਰ ਗਵਰਨਮੈਂਟ ਵੱਲੋਂ ਚਾਈਨਾ ਦੀ ਕੰਪਨੀ ਨੂੰ ਠੇਕਾ ਦਿੱਤਾ ਗਿਆ। ਕਿ ਪਬਲਿਕ ਤੇ ਸਾਰੀ ਚੀਜ਼ ਸੋਚਣੀ ਚਾਹੀਦੀ, ਸਰਕਾਰ ਨੂੰ ਸੋਚਣਾ ਚਾਹੀਦਾ ਇਸ ਬਾਰੇ। ਸਰਕਾਰ ਸੋਚਦੀ ਹੈ। तो देखो इमीडिएट जिन्नियां भी साड़ियां जो एक MTL या एक BSNL जी दोए कंपनियां नूं इमीडिएट उन्होंने ऑर्डर किया भी जिन्ने भी चाइनीज़ 4G जिहड़ी असीं वो चालू करना सी, उहदे विच जिन्ने भी उन्हां दे इंस्ट्रूमेंट लगने सी, सारा ऑर्डर कैंसल जी।
ਔਰ ਰੇਲਵੇ ਨੇ ਵੀ ਕਰੀਬ 400-500 ਕਰੋੜ ਦਾ ਜਿਹੜਾ ਇੱਕ ਕੰਪਨੀ ਨੂੰ ਦਿੱਤਾ ਸੀਗਾ ਉਹ ਵੀ ਠੇਕਾ ਕੈਂਸਲ ਜੀ। ਹੁਣ ਤੁਸੀਂ ਸਾਰਾ ਕੁਝ ਇੱਕਦਮ ਹੁਣ ਹੌਲੀ ਉਹਨੂੰ ਸਟੱਡੀ ਕਰਕੇ ਉਹ ਕੁਝ ਰੂਲਸ ਐਂਡ ਰੈਗੂਲੇਸ਼ਨ ਠੀਕ ਹੈ, ਤੁਹਾਡੀ ਗੱਲ ਮੰਨ ਗਿਆ ਨਾ। ਕੁਝ ਸੁਣੋ ਸੀ ਨਾ ਪਹਿਲਾਂ ਯਾਰ, ਕੁਝ ਰੂਲਸ ਐਂਡ ਰੈਗੂਲੇਸ਼ਨ ਹੋਏਗਾ ਨਾ। ਇਮੀਡੀਏਟ ਜੋ ਹੋ ਸਕਦਾ ਸੀ ਉਹ ਪਹਿਲੇ ਦਿਨ ਹੋ ਗਿਆ, ਕੁਝ ਦੂਜੇ ਦਿਨ ਹੋ ਸਕਦਾ ਸੀ, ਕੁਝ ਤੀਜੇ ਦਿਨ, ਹੌਲੀ ਹੋਏਗਾ, ਸਾਰਾ ਕੁਝ ਹੋਏਗਾ। ਨਹੀਂ, ਪਟੇਲ ਸਾਹਿਬ ਦੀ ਮੂਰਤੀ ਤੇ ਬਹੁਤ ਰੌਲਾ ਪਿਆ ਸੀ, 3000 ਕਰੋੜ ਰੁਪਇਆ ਲਾਤਾ ਤੇ ਉਹ ਚਾਈਨਾ ਤੋਂ ਆਈ ਹੈ। ਬੋਲਣ ਵਾਲੇ ਬੋਲੀ ਜਾਂਦੇ ਆ ਹੈ, ਐਡੇ ਹਾਥੀ ਲਾਤੇ। ਤੁਸੀਂ ਜਾ ਕੇ ਉਸ ਚ ਦੇਖ ਲਓ यूपी ਦੇ ਅੰਦਰ ਮਾਇਆਵਤੀ ਨੇ ਕੋਈ ਨਹੀਂ ਬੋਲਿਆ, ਅਰਬਾਂ ਕਰੋੜਾਂ ਰੁਪਇਆ ਖਰਚ ਕਰਤਾ। ਆ ਤੀਸਰੇ ਦਿਨ ਜਵਾਹਰ ਲਾਲ ਨਹਿਰੂ ਜੀ, ਇੰਦਰਾ ਗਾਂਧੀ ਜੀ, ਰਾਜੀਵ ਗਾਂਧੀ ਜੀ, ਕਿਸੇ ਨੂੰ ਬਹੁਤ ਆਬਜੈਕਸ਼ਨ ਨਹੀਂ ਹੈਗੀ ਸਰ। ਨਹੀਂ ਆਬਜੈਕਸ਼ਨ ਹੈ। ਅਸੀਂ ਤਾਂ ਇੱਕ ਐਸੇ ਦੇਸ਼ ਭਗਤ ਦੀ ਮੂਰਤੀ ਲਾਈ ਹੈ ਜਿਹਦੀ ਹਿੰਦੁਸਤਾਨ ਨੂੰ ਜਿਹਦੇ ਐਫਰਟਸ ਕਰਕੇ ਅੱਜ ਹਿੰਦੁਸਤਾਨ ਐਡਾ ਵੱਡਾ ਦੇਸ਼ ਨਜ਼ਰ ਆਉਂਦਾ ਹੈ। ਬਹੁਤ ਤੋਂ ਆਬਜੈਕਸ਼ਨ ਹੈਗੀ ਵੀ ਚਾਈਨਾ ਤੋਂ ਲਿਆਂਦਾ ਗਿਆ। ਨਹੀਂ ਚਲੋ ਉਦੋਂ ਸਾਡਾ ਟ੍ਰੇਡ ਸੀਗਾ, ਉਦੋਂ ਸਥਿਤੀ ਦੇ ਆਉਣ ਵਾਲੇ ਟਾਈਮ ਤੋਂ ਚੀਜ਼ਾਂ ਸਾਰੀਆਂ ਚੇਂਜ ਹੋਣਗੀਆਂ ਜੀ। ਅੱਗੇ ਗੱਲ ਕਰੀਏ, ਕਰੋਨਾ ਮਹਾਮਾਰੀ ਚੱਲ ਰਹੀ, ਪੰਜਾਬ ਸਰਕਾਰ ਦੇ ਪ੍ਰਬੰਧਨ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਪੰਜਾਬ ਸਰਕਾਰ ਜਿਸ ਦਿਨ ਦੀ ਬਣੀ ਹੈ ਜੀ 2017 ਤੋਂ ਹੀ ਉਹ ਹਰ ਮੁੱਦਿਆਂ ਤੇ ਫੇਲ ਹੋਈ ਹੈ ਜੀ। ਚਾਹੇ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਸੀ, ਚਾਹੇ ਯੂਥ ਨੂੰ ਨੌਕਰੀ ਦੇਣ ਦਾ ਮੁੱਦਾ ਸੀ, ਚਾਹੇ ਹੈਲਥ ਦਾ ਮੁੱਦਾ ਸੀ, ਮੋਬਾਈਲ ਦੇਣ ਦਾ ਮੁੱਦਾ ਸੀ, ਡਿਵੈਲਪਮੈਂਟ ਦਾ ਮੁੱਦਾ ਹੈ, ਲਾਅ ਐਂਡ ਆਰਡਰ ਹੈ। ਕੈਪਟਨ ਸਾਹਿਬ ਪਤਾ ਨਹੀਂ ਕਿਹੜੇ ਕੰਮਾਂ 'ਚ ਰੁੱਝੇ ਰਹਿੰਦੇ ਆ ਜੀ ਤੇ ਸਰਕਾਰ ਫੇਲ ਹੋਈ ਹੈ। ਕਰੋਨਾ ਦੇ ਮਸਲੇ 'ਚ ਵੀ ਜੋ ਮਦਦ ਕੇਂਦਰ ਸਰਕਾਰ ਨੇ ਚਾਹੇ ਅੰਨ ਦੇ ਰੂਪ 'ਚ ਜੀ, ਚਾਹੇ ਪੈਸੇ ਦੇ ਰੂਪ 'ਚ ਭੇਜੀ, ਉਹਨਾਂ ਨੇ ਟਾਈਮਲੀ ਹਰ ਚੀਜ਼ਾਂ ਆਈਆਂ ਜੀ। ਤੇ ਅੱਜ ਕਰੀਬ 3 ਮਹੀਨੇ ਹੋ ਗਏ, 3 ਮਹੀਨਿਆਂ 'ਚੋਂ ਅੰਨ ਨਹੀਂ ਵੰਡ ਸਕੇ। 3% ਅੰਨ ਵੰਡਿਆ ਜੀ। ਵਿਚਾਰੀ ਲੇਬਰ ਨੂੰ ਉਰੇ NGO, ਠੀਕ ਹੈ, ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਉਹ NGO ਲੰਗਰ ਬਹੁਤ ਲਾਇਆ, ਉਹਨਾਂ ਦਾ ਘਰ ਪੂਰਾ ਕਰੀ ਗਏ ਉਹ ਜੀ। ਪਰ ਸਰਕਾਰ ਨੇ ਉਹ ਅੰਨ ਵੰਡਣ 'ਚ, ਕਿਉਂਕਿ ਉਹਨਾਂ ਦੀ ਨੀਅਤ 'ਚ ਖੋਟ ਸੀ, ਉਹ ਸਰਕਾਰੀ ਤੰਤਰ ਦੀ ਬਜਾਏ ਆਪਣੇ ਤੰਤਰ ਨਾਲ ਬਣਨਾ ਚਾਹੁੰਦੇ ਸੀਗੇ। ਉਸ 'ਚੋਂ ਵੋਟਾਂ ਲੈਣ ਦੀ ਨੀਤ ਸੀਗੀ, ਉਸ 'ਚੋਂ ਅੰਨ ਖਾਣ ਦੀ ਨੀਤ ਸੀ ਉਹਨਾਂ ਦੀ। ਉਹਨਾਂ ਨੇ ਤਰੀਕੇ ਨਾਲ ਹੀ ਵੰਡਿਆ। ਸਰਕਾਰ ਇਸ ਮੁੱਦੇ ਤੇ ਬਿਲਕੁਲ ਫੇਲ ਹੋਈ ਹੈ ਔਰ ਕੈਪਟਨ ਸਾਹਿਬ ਤੇ ਉਹਨਾਂ ਦੇ ਜਿਹੜਾ ਮੰਤਰੀ ਪਰਿਸ਼ਦ ਹੈ ਤੇ ਉਹਨਾਂ ਦਾ ਕੌਂਸਲਰ ਤੱਕ ਵੀ, ਉਹਨਾਂ ਨੇ ਸਿਰਫ ਤੇ ਸਿਰਫ ਉਹਨਾਂ ਦਾ ਇਹ ਮੁੱਦਾ ਸੀਗਾ ਵੀ ਅਸੀਂ ਇਸ ਅੰਨ ਨੂੰ ਕਿੱਦਾਂ ਅਸੀਂ ਗੋਲਮੋਲ ਕਰ ਸਕਦੇ ਹਾਂ ਤੇ ਜਿਹੜਾ ਵੰਡਣਾ ਵੀ ਹੈ ਉਹਦਾ ਅਸੀਂ ਕੀ ਬੈਨੀਫਿਟ ਲੈ ਸਕਦੇ ਹਾਂ। ਇਸ ਲਈ ਇਸ ਤੋਂ ਮਾੜਾ ਪਾਰਟ ਸਰਕਾਰ ਦਾ ਹੋ ਨਹੀਂ ਸਕਦਾ। ਤੇ ਸਰ, ਮੋਦੀ ਸਰਕਾਰ ਦੀ ਪਰਸੋਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ, ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਦੇ ਵਿੱਚ ਪ੍ਰਸ਼ੰਸਾ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਜੋ ਕੈਪਟਨ ਸਾਹਿਬ ਨੇ ਕੀਤਾ, ਪੰਜਾਬ ਸਰਕਾਰ ਨੇ ਕੀਤਾ ਵਾ, ਉਹ ਦੂਜੇ ਸੂਬਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਦੇਖੋ, ਇੱਕ ਪ੍ਰਧਾਨ ਮੰਤਰੀ ਹੈ ਜੀ ਔਰ ਕਿਸ ਵਿਸ਼ੇ ਤੇ ਬੈਠੇ ਹੈ ਜੀ, ਜਿਸ ਵਿਸ਼ੇ ਤੇ ਬੈਠੇ ਗੱਲ ਕਰ ਰਹੇ ਹੈ, ਇਸ ਲਈ ਉਹ ਉਹਨਾਂ ਦਾ ਬੜਪਣ ਹੈ ਜੀ। ਔਰ ਮੈਂ ਸਮਝਦਾ ਮੋਦੀ ਸਾਹਿਬ ਤੋਂ ਇਹ ਚੀਜ਼ ਸਿੱਖਣੀ ਚਾਹੀਦੀ ਹੈ ਵੀ ਹਰ ਹਾਲਾਤਾਂ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਅਸੀਂ ਦੂਸਰੀਆਂ ਪਾਰਟੀਆਂ ਤੇ ਦੂਸਰੀਆਂ ਸਰਕਾਰਾਂ ਨੂੰ ਨਾਲ ਲੈ ਕੇ ਚੱਲੇ ਜੀ। ਲੇਕਿਨ ਗਰਾਊਂਡ ਰਿਐਲਿਟੀ ਇਹੀ ਹੈ ਜੋ ਅਸੀਂ ਤੁਹਾਡੇ ਸਾਹਮਣੇ ਕਹਿ ਰਹੇ ਹਾਂ। ਮਤਲਬ ਕਿ ਗਰਾਊਂਡ ਰਿਐਲਿਟੀ ਮੋਦੀ ਸਾਹਿਬ ਤੱਕ ਨਹੀਂ ਪਹੁੰਚਦੀ ਹੈਗੀ। ਬਿਲਕੁਲ ਪਹੁੰਚਦੀ ਹੈ ਮੋਦੀ ਸਾਹਿਬ, ਲੇਕਿਨ ਉਹਨਾਂ ਦਾ ਬੜਪਣ ਹੈ, ਉਹਨਾਂ ਦਾ ਸਭ ਕੁਝ ਚੀਜ਼ ਹੈ। ਉਹ ਸਾਡੇ ਕੋਲ ਕੀ ਹੈ, ਉਹਨਾਂ ਕੋਲ ਇੱਕ ਹੀ ਚੀਜ਼ ਹੈ, ਲੇਕਿਨ ਇਹ ਉਹਨਾਂ ਦਾ ਬੜਪਣ ਹੈ ਵੀ ਠੀਕ ਹੈ। ਉਹ ਕੋਸ਼ਿਸ਼ ਕਰਦੇ ਆ ਵੀ ਨਾਲ ਲੈ ਕੇ ਚੱਲੀਏ ਜੀ। ਤੇ ਗੱਲ ਕਰਦੇ ਹਾਂ ਸਰ ਭਾਈਵਾਲ ਪਾਰਟੀ ਅਕਾਲੀ ਦਲ ਦੀ, ਤੇ ਅਕਾਲੀ ਦਲ ਖਾਸ ਤੌਰ ਤੇ ਭਾਵੇਂ ਜਥੇਦਾਰ ਸਾਹਿਬ ਵੱਲੋਂ ਖਾਲਿਸਤਾਨ ਦਾ ਬਿਆਨ ਦਿੱਤਾ ਗਿਆ ਜਾਂ ਹੋਰ ਮੁੱਦੇ, ਕਈ ਵਾਰ ਮੁੱਦੇ ਅਜਿਹੇ ਆ ਜਾਂਦੇ ਨੇ ਵੀ ਜਿਹੜੀ ਭਾਜਪਾ ਹੈ, ਭਾਜਪਾ ਨੂੰ ਬੋਲਣਾ ਔਖਾ ਹੋ ਜਾਂਦਾ। ਭਾਵੇਂ 10 ਸਾਲ ਸਰਕਾਰ 'ਚ ਵੀ ਰਹੇ ਹੋ ਤੁਸੀਂ ਤੇ ਉਹਦੇ ਵਿੱਚ ਵੀ ਅਜਿਹੇ ਕਈ ਮੁੱਦੇ ਉੱਭਰ ਕੇ ਸਾਹਮਣੇ ਆਏ ਆ ਵੀ ਕੁਰਸੀ ਖਾਤਰ ਮੈਂ ਕਹਿ ਸਕਦਾ ਭਾਜਪਾ ਨੂੰ ਚੁੱਪ ਰਹਿਣਾ ਪੈਂਦਾ। ਤੇ ਹੁਣ ਵੀ ਖਾਲਿਸਤਾਨ ਦੇ ਮੁੱਦੇ ਵੀ ਭਾਜਪਾ ਚੁੱਪ ਹੈ, ਅੱਗੇ ਪਿੱਛੇ ਹੋਰ ਮੁੱਦੇ ਆਉਂਦੇ ਉਹਨਾਂ ਦੇ ਵੀ ਭਾਜਪਾ ਚੁੱਪ ਹੈ ਜੀ। ਤੁਸੀਂ ਕਹਿ ਸਕਦੇ ਹੋ ਜੀ ਵੀ ਭਾਜਪਾ ਚੁੱਪ ਹੈ, ਤੁਸੀਂ ਕਹਿ ਸਕਦੇ ਹੋ ਵੀ ਅਸੀਂ ਕੁਝ ਬੋਲਣਾ ਨਹੀਂ ਚਾਹੁੰਦੇ, ਤੁਸੀਂ ਕਹਿ ਸਕਦੇ ਹੋ ਵੀ ਅਸੀਂ ਧਰਮ ਸੰਕਟ ਦਾ, ਅਸੀਂ ਕਿਸੇ ਧਰਮ ਸੰਕਟ 'ਚ ਨਹੀਂ। ਦੇਸ਼ ਦੀ ਏਕਤਾ ਦੇ ਲਈ ਜੀ, ਦੇਸ਼ ਦੀ ਅਖੰਡਤਾ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਕ ਹੀ ਕਾਰਜਕਰਤਾ ਵਚਨਬੱਧ ਹੈ ਜੀ। ਔਰ ਜਿਸ ਮੁੱਦੇ ਤੇ ਬੋਲਣਾ ਜ਼ਰੂਰੀ ਹੁੰਦਾ ਹੈ, ਅਸੀਂ ਉਸ ਮੁੱਦਿਆਂ ਨੂੰ ਹਮੇਸ਼ਾ ਸਾਡਾ ਆਮ ਕਾਰਜਕਰਤਾ ਤੋਂ ਲੈ ਕੇ ਕੇਂਦਰ ਤੱਕ ਦਾ ਕਾਰਜਕਰਤਾ ਉਸ ਮੁੱਦੇ ਨੂੰ ਲੈਂਦਾ ਹੈ ਜੀ। ਖਾਲਿਸਤਾਨ ਦੇ ਮੁੱਦੇ ਤੇ ਬਿਲਕੁਲ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੀ ਹੈ ਜੀ, ਨੰਬਰ 1। ਨੰਬਰ 2, ਖਾਲਿਸਤਾਨ ਦੀ ਗੱਲ ਕੋਈ ਕਰੇ ਜੀ, ਖਾਲਿਸਤਾਨ ਦੀ ਗੱਲ ਕਰੋ, ਦੇਸ਼ ਦੀ ਜੋ ਮੌਜੂਦਾ ਸਰਕਾਰ ਹੈ ਜੀ, ਉਹ ਕਿਤੇ ਵੀ ਐਸੀ ਕਿਸੇ ਦੀ ਤਾਕਤ ਨਹੀਂ ਹੈ ਵੀ ਜਿਹੜਾ ਦੇਸ਼ ਹੁਣ ਸਾਡਾ ਟੁੱਟੇਗਾ। ਦੇਸ਼ ਤਾਂ ਹੁਣ ਅਸੀਂ ਇਹਨੂੰ
ਪਾਕ ਓਕੂਪਾਈਡ ਕਸ਼ਮੀਰ ਨੂੰ ਲੈਣ ਨੂੰ ਫਿਰਦੇ ਹਾਂ, ਅਸੀਂ ਐਕਸਾਈਜ਼ ਚੀਨ ਨੂੰ ਲੈਣ ਨੂੰ ਫਿਰਦੇ ਹਾਂ, ਤੇ ਦੇਸ਼ 'ਚੋਂ ਕੋਈ ਪਾਰਟ ਟੁੱਟੇਗਾ ਇਹ ਹੁਣ ਪੋਸੀਬਲ ਨਹੀਂ ਹੈ, ਇਹ ਕੋਈ ਸੁਪਨੇ 'ਚ ਵੀ ਨਾ ਸੋਚੇ। ਤੁਸੀਂ ਦੇਸ਼ ਟੁੱਟਣ ਦੀ ਗੱਲ ਕੀਤੀ ਹੈ, ਜੋਤੀਰਾਜ ਸਿੰਧਿਆ ਦੀ ਗੱਲ ਕਰੂੰਗਾ ਮੈਂ। ਉਹਨਾਂ ਨੂੰ ਹੁਣ ਤੱਕ ਜਦੋਂ ਤੋਂ ਭਾਜਪਾ 'ਚ ਸ਼ਾਮਲ ਨਹੀਂ ਹੋਏ ਸੀ ਉਦੋਂ ਤੱਕ ਉਹਨਾਂ ਨੂੰ ਗਦਾਰਾਂ ਦਾ ਦੇਸ਼ ਕਿਹਾ ਜਾਂਦਾ, ਗਦਾਰਾਂ ਦਾ ਪਰਿਵਾਰ ਕਿਹਾ ਜਾਂਦਾ ਸੀ ਬੀਜੇਪੀ ਵੱਲੋਂ। ਖਾਸ ਤੌਰ 'ਤੇ ਬੀਜੇਪੀ ਦੇ ਵੱਡੇ ਲੀਡਰ ਵੀ ਕਹਿੰਦੇ ਸੀ ਅਜਿਹਾ ਕੀ ਕਾਰਨ ਹੋਇਆ ਵੀ ਉਹ ਬੀਜੇਪੀ ਵਿੱਚ ਸ਼ਾਮਲ ਹੁੰਦੀ, ਜਿਹੜਾ ਗਦਾਰੀ ਦਾ ਟੈਗ ਸੀ ਉਹਨੂੰ ਲੱਥ ਗਿਆ। ਇਹ ਵੱਡੀ ਰਾਜਨੀਤੀ ਤੁਸੀਂ ਗੱਲ ਕਰਦੇ ਆਪਾਂ ਪੰਜਾਬ ਦੇ ਮੁੱਦੇ 'ਤੇ ਰਹੀ ਹੈ, ਤੁਸੀਂ ਪਤਾ ਨਹੀਂ ਟੈਗ ਕੀ ਹੈ ਕੀ ਨਹੀਂ। ਜੋਤੀਰਾਜ ਸਿੰਧੀਆ ਠੀਕ ਹੈ, ਪਾਰਟੀ 'ਚ ਆਇਆ, ਉਹਨਾਂ ਦਾ ਸਵਾਗਤ ਹੈ। ਪਾਰਟੀ ਦੀਆਂ ਨੀਤੀਆਂ ਮੁਤਾਬਕ ਮੇਰੇ ਖਿਆਲ ਉਹ ਚੱਲਣਗੇ, ਔਰ ਜਿਹੜਾ ਬੰਦਾ ਸਾਡੇ ਨਾਲ ਜੁੜਿਆ ਉਹ ਸਾਡੀ ਨੀਤੀਆਂ ਨੂੰ ਦੇਖ ਕੇ ਜੁੜਿਆ, ਨੀਤੀਆਂ 'ਚ ਚੱਲਣਗੇ ਤਾਂ ਅੱਛਾ ਰਹੇਗਾ। ਬਾਂਸਲ ਸਾਹਿਬ, ਮਹਿੰਗਾਈ ਦੀ ਗੱਲ ਕੀਤੀ ਹੈ, ਪੈਟਰੋਲ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਮਨਮੋਹਨ ਸਿੰਘ ਤੇ ਮੋਦੀ ਸਾਹਿਬ ਦੀ ਗਵਰਨਮੈਂਟ ਦੇ ਮੁਕਾਬਲੇ ਜਿਹੜਾ ਕੱਚੇ ਤੇਲ ਦਾ ਰੇਟ ਹੈ ਉਹ ਅੱਧ ਕੀ ਕਹਿ ਰਹੀ ਹੈ, ਪਾਈਆ ਤੋਂ ਵੀ ਥੱਲੇ ਆ ਗਿਆ, ਪਰ ਜਿਹੜੇ ਰੇਟ ਦਿਨ ਦਿਨ ਵੱਧਦੇ ਜਾ ਰਹੇ ਨੇ। 80 ਰੁਪਏ ਲੀਟਰ ਪੰਜਾਬ ਦੇ ਵਿੱਚ ਪੈਟਰੋਲ ਹੋ ਗਿਆ, ਕੀ ਕਹਿਣਾ ਤੁਹਾਡਾ ਇਸ ਬਾਰੇ? ਦੇਖੋ, ਦੇਸ਼ ਸਾਡਾ ਹਿੰਦੁਸਤਾਨ ਹੀ ਨਹੀਂ, ਪੂਰੇ ਵਰਲਡ ਅੱਜ ਕਰੋਨਾ ਦੀ ਮਹਾਮਾਰੀ ਤੋਂ ਨਜਿੱਠ ਰਿਹਾ, ਔਰ ਸਾਰੇ ਦੇਸ਼ਾਂ ਨੂੰ ਇਕਨੋਮਿਕਲੀ ਬਹੁਤ ਧੱਕਾ ਪਹੁੰਚਿਆ ਜੀ। ਤੇ ਇਸ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੱਕ ਦੂਜੇ ਨਾਲ ਕੋਰਿਲੇਟ ਕਰਦੀਆਂ ਜੀ। ਤੇ ਸਰਕਾਰਾਂ ਇਸ ਨੂੰ ਬੜੀ ਸੀਰੀਅਸਲੀ ਸੋਚ ਰਹੀਆਂ, ਲੇਕਿਨ ਮੌਜੂਦਾ ਹਾਲਾਤ ਦੇ ਹਿਸਾਬ ਨਾਲ ਜਿਹੜਾ ਠੀਕ ਹੈ, ਜਿਹੜਾ ਰੇਟ ਵਧੇ ਹੈ ਉਹਦੇ ਹਿਸਾਬ ਨਾਲ ਆਮ ਬੰਦੇ ਨੂੰ ਦਿੱਕਤਾਂ ਤਾਂ ਹੈਗੀਆਂ, ਉਹ ਸਰਕਾਰਾਂ ਇਹਨੂੰ ਸੀਰੀਅਸਲੀ ਸੋਚ ਰਹੀਆਂ। ਥੋੜਾ ਜਿਹਾ ਵਧੇ ਚੱਲ ਜਾਂਦਾ ਵਾ, ਅੱਧੇ ਤੋਂ ਅੱਧੇ ਥੱਲੇ ਬੈਰਲ ਆ ਜਾਣਾ ਤੇ ਉੱਪਰ ਇੰਨਾ ਹਾਈਕ ਹੋ ਜਾਣਾ। ਵਧੇ ਚਾਹੇ 2 ਰੁਪਏ 50 ਪੈਸੇ ਵਧੇ, ਚੱਲਦਾ ਤਾਂ ਨਹੀਂ ਹੈਗਾ, ਦਿੱਕਤਾਂ ਹੁੰਦੀ ਹੈ, ਲੇਕਿਨ ਸਰਕਾਰਾਂ ਜੋ ਐਟ ਪ੍ਰੈਜੈਂਟ ਸਾਈਨੈਰੀਓ ਹੈ ਉਹਦੇ ਅੰਦਰ ਕਈ ਚੀਜ਼ਾਂ ਤੁਹਾਨੂੰ ਐਡਜਸਟ ਕਰਨ ਵਾਸਤੇ ਕਰਨੀ ਪੈਂਦੀ ਹੈ। ਪਬਲਿਕ ਐਡਜਸਟ ਕਰੇ, ਸਰਕਾਰਾਂ ਕੁਝ ਨਹੀਂ, ਸਰਕਾਰਾਂ ਕਿੰਨਾ ਕੁਝ ਕਰ ਰਹੀਆਂ। ਸਰਕਾਰਾਂ ਨੇ ਇੱਕ ਸਟੇਟ ਨੂੰ 1 ਕਰੋੜ 40 ਲੱਖ ਬੰਦਿਆਂ ਦਾ ਅੰਨ ਭੇਜਿਆ ਜੀ। ਕੱਲੇ ਪੰਜਾਬ ਸਾਰੀਆਂ ਸਟੇਟਾਂ 'ਚ ਗਿਆ ਜੀ। 1 ਕਰੋੜ 40 ਲੱਖ ਦਾ ਮਤਲਬ 50% ਲੋਕਾਂ ਨੂੰ ਅੰਨ 3 ਮਹੀਨਿਆਂ ਦਾ, ਉਹ ਸਰਕਾਰਾਂ ਨੇ ਨਹੀਂ ਕੀਤਾ ਜੀ। ਸਰਕਾਰਾਂ ਨੇ ਫ੍ਰੀ ਟ੍ਰੇਨਾਂ ਚਲਾ ਦੀਆਂ, ਸਰਕਾਰਾਂ ਨੇ ਪਬਲਿਕ ਟੈਕਸ ਵੀ ਦਿੰਦੀ ਹੈ ਸਰ ਯਾਰ ਜੀ। ਫਿਰ ਗੱਲ ਕੀ ਬਣੀ ਵੀ ਸਰ, ਇਹ ਵੀ ਟੈਕਸ ਸਾਰਾ ਕੁਝ ਇੱਕ ਤਾਂ ਸਰਕਲ ਹੈ ਨਾ ਇਹ ਜੀ। ਪਬਲਿਕ ਟੈਕਸ ਦਿੰਦੀ ਹੈ, ਸਰਕਾਰਾਂ ਵਿਕਾਸ ਕਰਦੀਆਂ, ਉਹਦੇ ਨਾਲ ਫਾਈਟਰ ਆਉਂਦੇ ਆ, ਬਾਰਡਰ ਦੀ ਰੱਖਿਆ ਹੁੰਦੀ ਹੈ, ਆਰਮਜ਼ ਆਉਂਦੇ ਆ, ਇੱਕ ਸਿਸਟਮ ਹੈ, ਇੱਕ ਉਹ ਸਿਸਟਮ 'ਤੇ ਤੁਸੀਂ ਮੈਂ ਸਰਕਾਰ ਸਾਰੀਆਂ ਚੀਜ਼ਾਂ ਇੱਕ ਸਰਕਲ 'ਚ ਚੱਲਦੀਆਂ। ਚਲੋ ਅੱਗੇ ਭਵਿੱਖ ਕੀ ਹੈ ਅਕਾਲੀ ਭਾਜਪਾ ਦਾ? ਤੁਸੀਂ ਇਹ ਵੀ ਮੰਗ ਉੱਠ ਰਹੀ ਹੈ ਵੀ ਜਿਹੜੀ ਬੀਜੇਪੀ ਹੈ ਉਹ ਭਾਈਵਾਲ ਜਿਹੜੀ ਪਾਰਟੀ ਹੈ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ, 59 ਦੀ ਮੰਗ ਕਰ ਰਹੀ ਹੈ, ਤੁਹਾਡਾ ਕੀ ਕਹਿਣਾ? ਅਸੀਂ ਚੁਣਾਵ ਇਕੱਠੇ ਲੜਾਂਗੇ ਜੀ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜਨੀਤਿਕ ਸਾਂਝ ਦੇ ਨਾਲ ਭਾਈਚਾਰਕ ਸਾਂਝ ਹੈ, ਔਰ ਜਿਸ ਦਿਨ ਦੀ ਇਹ ਸਾਂਝ ਬਣੀ ਹੈ ਪੰਜਾਬ ਦਾ ਜਿਹੜਾ ਮਾਹੌਲ ਹੈ ਬੜਾ ਸੁਖਾਵਾਂ ਹੋਇਆ, ਹਿੰਦੂ ਸਿੱਖ ਭਾਈਚਾਰੇ ਦਾ ਰਿਸ਼ਤਾ ਮਜ਼ਬੂਤ ਹੋਇਆ, ਔਰ ਭਾਰਤੀ ਜਨਤਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਜੀ ਸਾਡੇ ਸਾਰੇ ਕਾਰਜਕਰਤਾ ਲੱਗੇ ਹੋਏ ਆ ਜੀ। ਔਰ ਸੀਟਾਂ ਕਿੰਨੀਆਂ ਲੜਨੀਆਂ ਕਿੰਨੀਆਂ ਨਹੀਂ ਲੜਨੀਆਂ ਇਹ ਤਾਂ ਕੇਂਦਰ ਦਾ ਫੈਸਲਾ ਹੈ ਜੀ, ਤੇ ਅਸੀਂ ਉਹਦੇ ਹਿਸਾਬ ਨਾਲ ਲੜਾਂਗੇ। ਸਰ, ਇਹ ਬਾਰ-ਬਾਰ ਗੱਲ ਉੱਠਦੀ ਹੈ ਵੀ ਪੰਜਾਬ ਦੇ ਵਿੱਚ ਬੀਜੇਪੀ ਸਿੱਖ ਚਿਹਰੇ ਦੀ ਭਾਲ ਕਰ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਉੱਠਦਾ, ਕਦੇ ਢੀਂਡਸਾ ਸਾਹਿਬ ਦਾ ਨਾਮ ਵੀ ਉੱਠਦਾ, ਬੈਂਸ ਭਰਾਵਾਂ ਦਾ ਨਾਮ ਵੀ ਉੱਠਦਾ, ਸੁਖਪਾਲ ਸਿੰਘ ਖਹਿਰਾ ਦਾ ਨਾਮ ਵੀ। ਕਿੰਨੀ ਸੱਚਾਈ ਇਹਨਾਂ ਚੀਜ਼ਾਂ? ਪਤਾ ਨਹੀਂ, ਖਬਰਾਂ ਤੁਸੀਂ ਲਾਈ ਜਾਂਦੇ ਹੋ, ਸਾਡੇ ਕੋਲ ਸਿੱਖ ਸੁੱਖ ਨਾਲ ਬਹੁਤ ਹੈ, ਹੋਰ ਆ ਜਾਣਗੇ ਉਹਨਾਂ ਦਾ ਵੀ ਵੈਲਕਮ ਹੈ। ਕਰੋਨਾ ਮਾਮਲੇ 'ਚ ਸਰ ਕੀ ਸੰਦੇਸ਼ ਦਓਗੇ ਪੰਜਾਬ ਦੇ? ਇਹ ਕਰੋਨਾ ਦੇ ਮਾਮਲੇ 'ਚ ਮੈਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਕਰੋਨਾ ਐਸੀ ਮਹਾਮਾਰੀ ਹੈ ਜਿਹੜੀ ਮਹਾਮਾਰੀ ਨੂੰ ਅਸੀਂ ਬਾਹਰੋਂ ਲੈ ਕੇ ਆਪਣੇ ਘਰ ਜਾਵਾਂਗੇ, ਸਾਡੇ ਘਰ 'ਚ ਧੱਕੇ ਨਾਲ ਨਹੀਂ ਵੜਦੀ। ਅਸੀਂ ਇਸ ਲਈ ਉਹਦੇ ਬਚਾਓ ਦੇ ਲਈ ਬੜਾ ਸੌਖਾ ਕੰਮ ਹੈ, ਅਸੀਂ ਡਿਸਟੈਂਸ ਮੇਨਟੇਨ ਕਰੀਏ, ਅਸੀਂ ਮਾਸਕ ਲਾ ਕੇ ਰੱਖੀਏ, ਬਾਰ-ਬਾਰ ਹੱਥ ਧੋਈਏ, ਔਰ ਜ਼ਰੂਰੀ ਕੰਮ ਵਾਸਤੇ ਬਾਹਰ ਨਿਕਲੀਏ। ਮੈਂ ਦੇਖਦਾ ਵੀ ਕਈ ਲੋਕ ਅੱਜ ਵੀ ਸੈਰ ਕਰਦੇ ਹੁੰਦੇ ਆ ਪਾਰਕਾਂ 'ਚ, ਕਿਤੇ ਨਾ ਕਿਤੇ ਜਿਸ ਤਰ੍ਹਾਂ ਅਸੀਂ ਬਾਹਰ ਨਿਕਲਦੇ ਹਾਂ ਇੱਕ ਚੈਨ ਬਣ ਜਾਂਦੀ ਹੈ, ਇੱਕ ਲੰਬਾ ਚੌੜਾ ਅੱਗੇ ਫੈਲ ਜਾਂਦਾ। ਮੇਰੀ ਸਭ ਨੂੰ ਪ੍ਰਾਰਥਨਾ ਹੈ ਕਿ ਆਪਾਂ ਇਸ ਤੋਂ ਬਚੀਏ, ਔਰ ਇੱਕ ਵਾਰ ਇਸ ਤੋਂ ਨਿਕਲਾਂਗੇ ਤਾਂ ਜੇ ਜਾਨ ਹੈ ਤਾਂ ਜਹਾਨ ਹੈ। ਇਸ ਲਈ ਸਭ ਨੂੰ ਪ੍ਰਾਰਥਨਾ ਹੈ ਆਪਾਂ ਇਸ ਤੋਂ ਬਚਾਓ ਕਰੀਏ, ਸਾਰੇ ਜਿਹੜੇ ਉਪਾਅ ਹੈ ਉਹਦਾ ਪਾਲਣ ਕਰੀਏ। ਬਹੁਤ ਬਹੁਤ ਧੰਨਵਾਦ ਜੀ।
ਇਹ ਸਨ ਪ੍ਰਵੀਨ ਬਾਂਸਲ ਜੀ, ਜਿਨ੍ਹਾਂ ਨੇ ਚਾਈਨਾ ਮੁੱਦੇ ਤੇ ਬੀਜੇਪੀ ਦਾ ਖਾਸ ਤੌਰ ਤੇ ਸੈਂਟਰ ਗਵਰਨਮੈਂਟ ਦਾ ਮਜ਼ਬੂਤੀ ਨਾਲ ਪੱਖ ਰੱਖਿਆ ਵੀ ਸਰਕਾਰ ਕਿਸੇ ਪਾਸੇ ਝੁਕੀ ਨਹੀਂ ਹੈਗੀ, ਭਾਵੇਂ ਉਹ ਬਾਰਡਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ, ਚਾਈਨਾ ਦੀ ਸਰਕਾਰ ਪੂਰੀ ਤਰ੍ਹਾਂ ਸਖਤ ਹੈ ਦੋਨਾਂ ਮਾਮਲਿਆਂ ਤੇ। ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਅਨਾਜ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਭੇਜਿਆ ਗਿਆ ਸੀ ਉਹ ਨਾ ਵੰਡਣ ਦੇ ਗੰਭੀਰ ਦੋਸ਼ ਲਗਾਏ ਨੇ। ਨਾਲ ਹੀ ਪ੍ਰਵੀਨ ਬਾਂਸਲ ਜੀ ਨੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਜਿਹੜਾ ਕਰੋਨਾ ਮਹਾਮਾਰੀ ਹੈ ਸਾਨੂੰ ਇਹ ਘਰੇ ਲੈਣ ਨਹੀਂ ਆਈ, ਅਸੀਂ ਉਹਨੂੰ ਲੈਣ ਜਾਣਾ, ਵੀ ਪ੍ਰੀਕਾਸ਼ਨ ਦੀ ਜ਼ਰੂਰਤ ਹੈ, ਜਿੰਨਾ ਜ਼ਰੂਰਤ ਹੋ ਸਕੇ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਘਰੋਂ ਬਾਹਰ ਨਿਕਲੀਏ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਵੇਖਦੇ ਰਹੋ ਪ੍ਰਾਈਮ ਉਹਦੇ। ਸਤਿ ਸ਼੍ਰੀ ਅਕਾਲ।